ਫੜੇ ਕਿਸ ਤਰ੍ਹਾਂ ਗਏ ਤੁਸੀਂ? ਜੇਲ੍ਹ ਕਿਸ ਤਰ੍ਹਾਂ ਗਏ ਥਾਣੇ 'ਚ? ਬਸ ਫੜਦੇ ਤੇ ਨਹੀਂ ਹਨ ਹੈਗੇ ਸਾਨੂੰ, ਹਾਂ ਅਸੀਂ ਆਪ ਹੀ ਪੈਸੇ ਦੇ ਕੇ ਫੜਾਈ ਦਿੱਤੀ ਸੀ। ਅੱਛਾ ਜੀ। ਹਾਂਜੀ ਜੀ। ਅਸੀਂ ਤਾਂ ਅੱਜ ਤੱਕ ਸੁਣੇ ਆ ਕਿ ਬੰਦਿਆਂ ਨੂੰ ਜੇਲ੍ਹ ਫੜ ਲੈਂਦੇ, ਸ਼ੁਰਤੇ ਜੀ ਚੱਕ ਕੇ ਲੈ ਜਾਂਦੇ ਸੌਦੀਆਂ ਦੇ ਵਿੱਚ। ਮੈਂ ਇੰਨਾ ਤੰਗ ਹੋ ਗਿਆ ਹਾਂ, ਜਿੱਥੇ ਸ਼ੁਰਤੇ ਦੀ ਗੱਡੀ ਵੇਚਦਾ ਹਾਂ ਮੈਂ ਉਹਨਾਂ ਦੇ ਕੋਲ ਟੁਰ ਜਾਂਦਾ ਹਾਂ, ਮੈਨੂੰ ਫੜੋ। बरकातो कैसे हैं सब दोस्त? ठीक ठाक हैं। ਅੱਜ ਜੀ ਮੇਰੇ ਦੋਸਤ ਤੈयब ਭਾਈ, ਜਿਨ੍ਹਾਂ ਦੇ ਨਾਲ ਗੱਪਸ਼ਪ ਸੁਣਦੇ ਇਹਨਾਂ ਕੋਲੋਂ, ਇਹਨਾਂ ਦੀ ਜਗ ਬੀਤੀ ਸੁਣਦੇ ਆ, ਕੀ ਕਹਿੰਦੇ ਆ, ਕਿੱਦਾਂ ਇਹਨਾਂ ਨੇ ਜ਼ਿੰਦਗੀ ਗੁਜ਼ਾਰੀ ਹੈ, ਕੀ ਸੂਰਤ ਹਾਲ ਰਹੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ। ਤੇ अस्सलाम वालेकुम तैयब भाई। वालेकुम सलाम। ਥੋੜਾ ਜਿਹਾ ਉੱਚੀ ਬੋਲਣਾ, ਮੈਕ 'ਚ ਆਵਾਜ਼ ਆਵੇ। ਜੀ ਜੀ। ਤੇ तैयब ਭਾਈ ਸੁਣਾਓ, ਤੁਸੀਂ ਮੇਰੇ ਖਿਆਲ 'ਚ ਸੁਣਨੇ 'ਚ ਆਇਆ ਸੀ ਤੁਸੀਂ ਸਊਦੀਆ ਗਏ ਸੀ। ਬਾਜੀ ਸਊਦੀ ਅਰਬ ਵੀ ਗਏ ਸਾਂ ਤੇ ਪੰਗਾ ਪੁੱਠਾ ਹੀ ਪੈ ਗਿਆ ਸੀ। ਉਹ ਕਿਸ ਤਰ੍ਹਾਂ ਜੀ? ਗਏ ਤੇ ਕੰਪਨੀ ਹੈ ਸਾਂ। ਅੱਛਾ ਜੀ। ਕਿ ਜਾ ਕੇ ਉੱਥੇ ਕੋਈ ਪਿੱਛੇ ਦਾ ਬਣਾਵਾਂਗੇ। ਅੱਛਾ, ਯਾਨੀ ਕਿ ਕਿਹੜੇ ਸੰਨ 'ਚ ਗਏ ਸੀ ਤੁਸੀਂ ਸਊਦੀਆ? ਇਹ ਅਸੀਂ ਗਏ ਸੀ 2017 ਵਿੱਚ। 2017 ਦੇ ਵਿੱਚ? ਹਾਂਜੀ, 18 ਦੇ ਵਿੱਚ ਜੇਲ੍ਹ ਹੋ ਕੇ ਵਾਪਸ ਆ ਗਏ। 2017 ਚ ਗਏ, ਇੱਕ ਸਾਲ ਦੇ ਵਿੱਚ ਜੇਲ੍ਹ ਵੀ ਹੋ ਗਈ। ਜਦੋਂ ਅਗਲਿਆਂ ਨੇ ਕੋਈ ਸ਼ੈ ਨਹੀਂ ਬਣਾ ਕੇ ਦਿੱਤੀ, ਨਾ ਕਾਮਾ ਬਣਾਇਆ, ਨਾ ਪੈਸੇ ਦੇ, ਨਾ ਗੱਲ ਨਾ ਬਾਤ। 3 ਮਹੀਨੇ ਕੰਪਨੀਆਂ ਚ ਰਹੇ ਆ। ਕਫੀਲ ਨੇ ਕਿੰਨੇ ਪੈਸੇ ਲਏ ਸੀ ਤੁਹਾਡੇ ਕੋਲੋਂ ਪਤਾਕਾ ਬਣਾ ਕਾਮਾ ਬਣਾਉਣ ਵਾਸਤੇ ਸਊਦੀਆ ਚ? ਅਸੀਂ ਕੰਪਨੀ ਚ ਗਏ ਸੀ। ਅੱਛਾ, ਕੰਪਨੀ ਚ ਗਏ ਸੀ। ਏਜੰਟ ਨਹੀਂ ਲਿਆ ਸੀ 2.5-3 ਲੱਖ ਰੁਪਇਆ ਉਦੋਂ। ਅੱਛਾ। ਤੇ ਉੱਥੇ ਪਹੁੰਚੇ ਆ, 3 ਮਹੀਨੇ ਸਾਨੂੰ 500 ਰਿਆਲ ਰੋਟੀ ਦਾ ਦੇ ਦੇਵੇ ਕਫੀਲ। ਅੱਛਾ। ਤਨਖਾਹ ਦੇਵੇ ਕੋਈ ਨਾ, 1800 ਰਿਆਲ ਤਨਖਾਹ ਲਾਈ ਹਾਸੋ। ਅਸੀਂ ਫਿਰ 3 ਮਹੀਨੇ ਕੰਪਨੀ ਚ ਕੱਢੇ ਨੇ। ਅੱਛਾ। ਫਿਰ ਉਹਨੂੰ ਖੈਰਬਾਦ ਕਿਹਾ। ਯਾਨੀ ਕਿ 3 ਮਹੀਨੇ ਤੁਸੀਂ ਕੰਪਨੀ ਲਾਏ ਆ ਤੇ 1800 ਤੁਹਾਡੀ ਮਹੀਨੇ ਦੀ ਤਨਖਾਹ ਸੀ, ਜਿਨ੍ਹਾਂ ਚ ਤੁਹਾਨੂੰ 500 ਰਿਆਲ ਦਿੰਦੇ ਸੀ ਖਾਣ ਵਾਸਤੇ, ਖਾਣ ਪੀਣ ਵਾਸਤੇ, ਬਾਕੀ ਨਹੀਂ ਸੀ ਦਿੰਦੇ। ਬਾਕੀ ਉਹ ਆਂਦੇ ਹਨ ਤੇ ਜਮਾ ਹੋ ਰਹੇ ਨੇ ਤੁਹਾਡੇ, ਅਜੇ ਸੈਲਰੀ ਨਹੀਂ ਆ, ਸਟੇ ਕਰੋ, ਪੈਂਡਿੰਗ। ਅੱਛਾ, 3 ਮਹੀਨਿਆਂ ਤੋਂ ਬਾਅਦ ਫਿਰ ਤੁਸੀਂ ਕਿੱਧਰ ਗਏ? 3 ਮਹੀਨਿਆਂ ਤੋਂ ਬਾਅਦ ਫਿਰ ਕੰਪਨੀ ਨੂੰ ਛੱਡ ਦਿੱਤਾ। ਅੱਛਾ ਜੀ। ਫਿਰ ਖੱਲੀ ਵੱਲੀ ਹੋ ਗਏ, ਯਾਨੀ ਕਿ ਬਾਹਰ ਅੱਗੇ ਪਿੱਛੇ ਜਾ ਕੇ ਕੰਮ ਕਰਨ ਲੱਗ ਗਏ। ਅੱਗੇ ਪਿੱਛੇ ਜਾ ਕੇ ਤੇ ਫਿਰ ਸਾਡਾ ਦਿਲ ਨਾ ਲੱਗੇ ਤੇ ਬਾਹਰ ਜਾਨੀ ਕਿ ਦਿਹਾੜੀ ਤੁਹਾਡੀ ਲੱਗਦੀ ਰਹੀ? ਬਾਹਰ ਕੰਮ ਕੀਤਾ ਏ ਤੇ ਉੱਥੇ ਕਜ਼ਨ ਸਨ। ਯਾਨੀ ਕਦੀ ਕਿਹਦੇ ਕੋਲ ਦਿਹਾੜੀ, ਕਦੀ ਕਿਹਦੇ ਕੋਲ ਦਿਹਾੜੀ, ਇਸ ਤਰ੍ਹਾਂ ਨਹੀਂ? ਨਹੀਂ। ਅੱਛਾ। ਉੱਥੇ ਦੁਕਾਨ ਸੀ ਸਾਡੀ ਕਜ਼ਨਾਂ ਮੇਰਿਆਂ ਦੀ, ਤੇ ਉਹਨਾਂ ਦੀ ਦੁਕਾਨ ਤੇ ਬੈਠੀ ਦਾ ਸੀ। ਉੱਥੇ ਕਸਟਮਰ ਆਂਦੇ ਹਨ, ਇਲੈਕਟ੍ਰੀਸ਼ੀਅਨ ਪਲੰਬਰ ਦੀ ਦੁਕਾਨ ਸੀ। ਸਹੀ ਹੋ ਗਿਆ। ਤੇ ਉੱਥੇ ਕਸਟਮਰ ਆਂਦੇ ਹਨ, ਉਹਨਾਂ ਨਾਲ ਜਾ ਕੇ ਕੰਮ ਕਰਾਈਦਾ। ਯਾਨੀ ਕਿ ਇਸ ਤਰ੍ਹਾਂ ਜ਼ਲੀਲ ਨਹੀਂ ਹੋਏ। ਇਸ ਤਰ੍ਹਾਂ ਕਿੰਨੇ ਕੁ ਮਹੀਨੇ ਕੰਮ ਕੀਤਾ ਤੁਸੀਂ? ਕਿੰਨੇ ਕੁ ਟਾਈਮ ਕੀਤਾ? ਤਕਰੀਬਨ 8-9 ਮਹੀਨੇ। ਦਿਹਾੜੀ ਕਿਸ ਤਰ੍ਹਾਂ ਸੀ ਉੱਥੇ? ਠੀਕ ਸੀ ਉਸ ਦੌਰ ਦੇ ਵਿੱਚ? ਨਹੀਂ, ਦਿਹਾੜੀ ਨਹੀਂ, ਆਪਣਾ ਹੀ ਸੀ। ਆਪਣਾ ਹੀ ਸੀ ਸਿਸਟਮ, ਦਿਹਾੜੀ ਵਾਲਾ ਕੋਈ ਹਿਸਾਬ ਯਾਨੀ ਕਿ ਉਹਨੇ ਹੀ ਆਖਰ ਕਜ਼ਨਾਂ ਦੇ ਕੋਲ ਵੀ ਤੇ ਕੰਮ ਕਰਦੇ ਸੀ ਨਾ, ਉਹ ਵੀ ਤੇ ਤੁਹਾਨੂੰ ਕੁਝ ਦਿੰਦੇ ਹੀ ਸੀ ਨਾ। ਮੇਰਾ ਕਹਿਣ ਦਾ ਮਕਸਦ ਹੈ ਉਹਨਾਂ ਦੀ ਦੁਕਾਨ ਤੇ ਬਸ ਬਈਦਾ ਸੀ, ਉਹਨਾਂ ਦਾ ਸਾਡਾ ਕੋਈ ਲੈਣ ਦੇਣ ਨਹੀਂ। ਅੱਛਾ। ਉਹਨਾਂ ਦਾ ਸਿਰਫ ਸਮਾਨ ਵਿਕਦਾ ਸੀ ਤੇ ਅਸੀਂ ਜਾ ਕੰਮ ਕਰਨੇ। ਫੜੇ ਕਿਸ ਤਰ੍ਹਾਂ ਗਏ ਤੁਸੀਂ? ਜੇਲ੍ਹ ਕਿਸ ਤਰ੍ਹਾਂ ਗਏ ਥਾਣੇ 'ਚ? ਬਸ ਫੜਦੇ ਤੇ ਨਹੀਂ ਹਨ ਹੈਗੇ ਸਾਨੂੰ, ਅਸੀਂ ਆਪ ਹੀ ਪੈਸੇ ਦੇ ਕੇ ਫੜਾਈ ਦਿੱਤੀ ਸੀ। ਅੱਛਾ ਜੀ। ਹਾਂਜੀ ਜੀ। ਅਸੀਂ ਤਾਂ ਅੱਜ ਤੱਕ ਸੁਣੇ ਆ ਕਿ ਬੰਦਿਆਂ ਨੂੰ ਜੇਲ੍ਹ ਫੜ ਲੈਂਦੇ, ਸ਼ੁਰਤੇ ਜੀ ਚੱਕ ਕੇ ਲੈ ਜਾਂਦੇ ਸਊਦੀਆ ਦੇ ਵਿੱਚ। ਮੈਂ ਇੰਨਾ ਤੰਗ ਹੋ ਗਿਆ ਹਾਂ, ਜਿੱਥੇ ਸ਼ੁਰਤੇ ਦੀ ਗੱਡੀ ਵੇਚਦਾ ਹਾਂ ਮੈਂ ਉਹਨਾਂ ਦੇ ਕੋਲ ਟੁਰ ਜਾਂਦਾ ਹਾਂ, ਮੈਨੂੰ ਫੜੋ। ਉਹ ਮੈਨੂੰ ਆਂਦੇ ਹਨ ਨਾ ਸੇ ਤੂੰ ਚੱਲ ਕੰਮ ਕਰ, ਇੱਥੇ ਫੜਦੇ ਹੀ ਨਹੀਂ ਸੀ। ਫੜਦੇ ਹੀ ਨਹੀਂ। ਫਿਰ ਪੈਸੇ ਦਿੱਤੇ ਉਹਨੂੰ? ਬੰਗਾਲੀ ਇੱਕ ਨੂੰ 700 ਰਿਆਲ ਦਿੱਤਾ ਸਊਦੀਆ 'ਚ। ਉਹਨੇ ਜਨਾਬ ਮੈਨੂੰ ਇੱਕ ਸ਼ੁਰਤੇ ਨੂੰ ਕਿਹਾ। ਅੱਛਾ। ਉਹ ਸ਼ੁਰਤੇ ਨੇ ਚੁੱਕ ਕੇ ਮੈਨੂੰ ਰਿਆਦ ਸਮੇਸੀ ਜੇਲ੍ਹ ਦੇ ਵਿੱਚ ਸੁੱਟਿਆ। ਸਮੇਸੀ ਜੇਲ੍ਹ 'ਚ? ਹਾਂ, ਸਮੇਸੀ ਜੇਲ੍ਹ ਸੁਣਿਆ ਬੜੀ ਵੱਡੀ ਹੈ। ਬਹੁਤ ਵੱਡੀ, ਬਹੁਤ ਗੰਦੀ ਤੇ ਬਹੁਤ ਵੱਡੀ। ਸਹੀ, ਜ਼ਬਰਦਸਤ। ਸ਼ਾਇਦ ਨਵੀਂ ਬਣ ਗਈ ਹੋਵੇ। ਅੱਛਾ, ਜੇਲ੍ਹ 'ਚ ਕਿੰਨੀ ਦੇਰ ਰੱਖਿਆ ਧਰੇਲ ਦੇ ਵਿੱਚ ਤੁਹਾਨੂੰ? ਜੇਲ੍ਹ ਨੂੰ ਧਰੇਲ ਕਹਿੰਦੇ ਆ। ਉੱਥੇ ਰੱਖਿਆ ਤਕਰੀਬਨ ਈਦ ਦੀ ਨਮਾਜ਼ ਅੰਦਰ ਹੀ ਪੜੀ ਸੀ, ਛੋਟੀ ਈਦ ਦੀ। ਰੋਜ਼ੇ ਵੀ ਅੰਦਰ ਹੀ ਰੱਖੇ ਸਨ। ਅੱਛਾ ਜੀ। ਤਕਰੀਬਨ ਕੋਈ। ਅੱਛਾ, ਸਾਰੀਆਂ ਗੱਲਾਂ ਛੱਡੋ, ਮੈਨੂੰ ਇਹ ਗੱਲ ਦੱਸੋ ਜੇਲ੍ਹ ਦਾ ਖਾਣਾ ਕਿਸ ਤਰ੍ਹਾਂ ਦਾ ਹੈ? ਓਏ ਹੋਏ ਹੋਏ, ਕਿਆ ਹੀ ਬਾਤ ਹੈ। ਸੁਬਹ ਦਾ ਦਿਲ ਹੀ ਨਹੀਂ ਸੀ ਕਰਦਾ ਖਾਣ ਤੇ। ਐਡਾ ਕਿਆ ਬਾਤ, ਬੜੇ ਤਬਸਰੇ ਦੇ ਨਾਲ ਕਹਿ ਰਹੇ ਆ, ਬੜੀ ਦਿਲਚਸਪੀ ਦੇ ਨਾਲ ਕਿਹਾ ਕਿਆ ਬਾਤ ਹੈ। ਮੈਂ ਕਿਹਾ ਬੜਾ ਚੰਗਾ ਹੋਣਾ, ਨਾਲ ਹੀ ਕਹਿ ਦਿੱਤਾ ਚੰਗਾ ਹੀ ਨਹੀਂ ਸੀ, ਹੈ ਬੜਾ ਹੀ ਚੰਗਾ ਸੀ। ਬਿਲਕੁਲ ਚਿੱਟੇ ਚੋਲ ਉਹਦੇ ਵਿੱਚ, ਸਾਨੂੰ ਆਪਣੇ ਤੇ ਬੰਗਾਲੀ ਚ ਨਜ਼ਰ ਹੀ ਫਰਕ ਨਹੀਂ ਸੀ ਕੁਝ ਵੀ ਆਂਦਾ। ਅੱਛਾ, ਸੁਬਹ ਦਾ ਨਾਸ਼ਤਾ ਉਹ ਕਿਸ ਤਰ੍ਹਾਂ ਦਾ ਦਿੰਦੇ ਆ ਪਤਾ ਹੈ? ਸੁਬਹ ਦਾ ਨਾਸ਼ਤਾ ਇੱਕ ਖੁਬਸ। ਅੱਛਾ। ਤੇ ਇੱਕ ਟਿੱਕੀ ਛੋਟੀ ਜੁਬਨ ਦੀ, ਜੁਬਨ ਮੱਖਣ ਕਹਿੰਦੇ ਜਿਹਨੂੰ ਅਸੀਂ, ਤੇ ਨਾਲ ਇੱਕ ਡੱਬੀ ਸ਼ਹਿਦ ਦੀ। ਇੱਕ ਡੱਬੀ ਸ਼ਹਿਦ ਦੀ ਹੁੰਦੀ। ਬਸ ਇਹ ਨਾਸ਼ਤਾ ਹੋ ਗਿਆ, ਨਾਲ ਕਦੀ ਫਰੂਟ ਕਦੀ ਨਹੀਂ। ਤੇ ਦੁਪਹਿਰ ਨੂੰ ਚਾਵਲ ਪੱਕੇ ਚਿੱਟੇ ਰੰਗ ਦੇ ਨਾਲ ਕੋਈ ਕਦੀ ਗੋਸ਼ਤ ਦਾ ਪੀਸ ਤੇ ਕਦੀ ਚਿਕਨ ਦਾ ਪੀਸ, ਸੁੱਕਾ, ਕੋਈ ਸ਼ੋਰਬਾ ਨਹੀਂ। ਕੋਈ ਸ਼ੋਰਬਾ ਨਹੀਂ। ਸ਼ਾਮ ਨੂੰ ਕੀ ਆਂਦਾ ਸੀ ਸਮੇਸੀ ਜੇਲ੍ਹ 'ਚ, ਮੈਨੂੰ ਦੱਸਿਓ ਜ਼ਰਾ। ਸ਼ਾਮ ਨੂੰ ਭਾਜੀ ਆਂਦੀ ਸੀ ਕਿਲੋ ਦਾਲ, ਉਹਨੂੰ ਕੋਈ 38 ਕਿਲੋ ਬਣਾਇਆ ਹੁੰਦਾ ਸੀ ਪਾਣੀ ਪਾ ਕੇ। ਅੱਛਾ ਜੀ। ਤੇ ਸਾਨੂੰ ਇਹ ਸੀ ਕਿ ਪਾਣੀ ਦੇ ਨਾਲ ਹੀ ਰੋਟੀ ਖਾਣੀ ਹੈ। ਯਾਨੀ ਕਿ ਉੱਥੇ ਅਗਰ ਜੇਲ੍ਹ ਦੇ ਵਿੱਚ, ਸਮੇਸੀ ਜੇਲ੍ਹ ਦਾ ਮੈਨੂੰ ਪਤਾ ਨਾ, ਕੁਝ ਟਾਈਮ ਥੋੜਾ ਜਿਹਾ ਮੇਰਾ ਵੀ ਗੁਜ਼ਰਿਆ ਉਸ ਜੇਲ੍ਹ ਦੇ ਵਿੱਚ।
ਸ਼ਾਇਦ ਤੁਹਾਡੇ ਇਲਮ ਚ ਨਾ ਹੋਵੇ। ਹਾਂ 2 ਮਹੀਨੇ ਮੇਰੇ ਵੀ ਗੁਜ਼ਰੇ। ਅੱਛਾ ਉੱਥੇ ਜੀ ਮਿਕਸ ਸਬਜ਼ੀਆਂ ਆਉਂਦੀਆਂ ਸਾਰੀਆਂ, ਜਿੰਨੀਆਂ ਵੀ ਸਬਜ਼ੀਆਂ ਨਾ ਪੱਕੀਆਂ ਹੋਈਆਂ, ਪਾਣੀ ਤੇ ਖੱਟਾ ਟੀਟ ਹੁੰਦਾ, ਯਾਨੀ ਕਿ ਬੁਰਕੀ ਤੁਸੀਂ ਜ਼ੁਬਾਨ ਨੂੰ ਲਾਓ ਤੇ ਉਹ ਕਹਿੰਦੀ ਪਰੇ ਲੈ ਜਾ ਤੇ ਭੁੱਖ ਕਹਿੰਦੀ ਅੰਦਰ ਨੂੰ ਲਿਆ। ਸੂਰਤ ਹਾਲ ਇਸ ਤਰ੍ਹਾਂ ਦੀ ਹੁੰਦੀ, ਉਹ ਦਰਮਿਆਨ 'ਚ ਹੀ ਫਸਿਆ ਰਹਿੰਦਾ ਬੰਦਾ। ਇਸ ਤਰ੍ਹਾਂ ਦੀ ਸਬਜ਼ੀ ਹੁੰਦੀ ਆ ਸ਼ਾਮ ਦੇ ਟਾਈਮ ਅਕਸਰ। ਜਿਹੜੀ ਚੀਜ਼ ਤੁਸੀਂ ਦੱਸੀ ਹੈ ਨਾ ਦੁਪਹਿਰ ਸੁਬਹ, ਬਿਲਕੁਲ ਇਹੀ ਹੈ, ਕੋਈ ਸ਼ੱਕ ਨਹੀਂ ਇਹਦੇ ਵਿੱਚ। ਸ਼ਾਮ ਨੂੰ ਬੜੀ ਡਿਫਰੈਂਟ ਹੈ ਸਾਜੀ। ਇਸ ਤਰ੍ਹਾਂ ਹੀ ਤੁਸੀਂ ਖਾਧੀ ਸ਼ਾਮ ਦੀ? ਬਸ ਕਦੀ ਦਾਲ ਕਦੀ ਸਬਜ਼ੀ, ਫਿਰ ਉਸ ਤੋਂ ਬਾਅਦ ਗੋਸ਼ਤ ਆਂਦਾ ਸੀ ਜਿਸ ਦਿਨ, ਉਹ ਗੋਸ਼ਤ ਦੇ ਵਿੱਚ ਸਮੈਲ ਹੀ ਇੰਨੀ ਆਂਦੀ ਸੀ, ਕਈ ਦਾ ਹੀ ਖੱਲੀ ਵੱਲੀ ਸਾਨੂੰ ਚਾਹੀਦਾ ਹੀ ਨਹੀਂ। ਅੱਛਾ ਜੇਲ੍ਹ 'ਚ ਉਹਨਾਂ ਨੇ ਕਿੰਨਾ ਅਰਸਾ ਰੱਖਿਆ ਤੁਹਾਨੂੰ? ਉਹਨਾਂ ਮੈਨੂੰ ਰੱਖਿਆ ਸੀ ਤਕਰੀਬਨ 40 ਦਿਨ। 40 ਦਿਨ ਜੇਲ੍ਹ 'ਚ ਰੱਖਿਆ? 40 ਦਿਨ ਜੇਲ੍ਹ 'ਚ ਰੱਖਿਆ ਸੀ। ਅੱਛਾ 40ਵੇਂ ਦਿਨ ਉਸ ਡਾਇਰੈਕਟ 에ਅਰਪੋਰਟ ਤੇ ਲਗੇ ਤੁਹਾਨੂੰ? ਨਹੀਂ ਜੀ, ਕਿੱਥੇ 3 ਦਿਨਾਂ ਬਾਅਦ ਛੁੱਟ ਗਏ ਸਾਂ। ਅੱਛਾ ਸਾਡੇ ਕਿਸਮਤ ਮਾਰੀ, ਜਦੋਂ ਸਾਨੂੰ 에ਅਰਪੋਰਟ ਤੇ ਲੈ ਕੇ ਗਏ ਨੇ, 에ਅਰਪੋਰਟੋਂ ਫਿਰ ਸਾਨੂੰ ਜੇਲ੍ਹ 'ਚ ਲੈਣ ਦਾ ਵਾਪਸ ਫਿਰ ਲੈ ਲੈਣ ਦਾ ਆਂਦੇ ਜੀ। ਉਹ ਕੀ ਵਜ੍ਹਾ ਬਣੀ? ਫਲੈਟ ਕੈਂਸਲ ਹੈ। ਫਲੈਟ ਕੈਂਸਲ। ਫਿਰ ਪਿੱਛੇ ਵੀ ਫੋਨ ਕਰ ਦਿੱਤਾ, ਸਾਰਿਆਂ ਨੂੰ ਦੱਸ ਦਿੱਤਾ ਸੀ ਆ ਰਹੇ ਆ ਉਹਨਾਂ ਫਿਰ ਵਾਪਸ ਜੇਲ੍ਹ 'ਚ ਲੈਣ ਦਾ। ਫਿਰ ਕਿੰਨੇ ਦਿਨਾਂ ਬਾਅਦ ਗਏ? ਫਿਰ ਅਸੀਂ ਗਏ ਹਾਂ ਫਿਰ 10 ਦਿਨਾਂ ਬਾਅਦ ਗਏ ਸਾਂ। ਅੱਛਾ ਫਿਰ 10 ਦਿਨਾਂ ਬਾਅਦ ਪੂਰੇ ਹੋ ਗਏ ਹਨ। ਇਸ ਤਰ੍ਹਾਂ ਪਹਿਲਾ ਮਹੀਨੇ ਬਾਅਦ ਟਿਕਟ ਹੋਈ, ਫਿਰ ਫਲੈਟ ਕੈਂਸਲ ਹੋ ਗਈ, ਫਿਰ 10 ਦਿਨਾਂ ਬਾਅਦ ਸਾਨੂੰ ਲੈ ਕੇ ਗਏ। ਓ ਮਾਈ ਗॉड। ਫਿਰ ਅਸੀਂ ਜਾ ਕੇ ਮੈਂ ਕਰਾਚੀ ਪਹੁੰਚਿਆ। ਅੱਛਾ ਜੀ, ਅੱਛਾ ਕਰਾਚੀ ਸੁੱਟਿਆ ਤੁਹਾਨੂੰ? ਕਰਾਚੀ ਸੁੱਟਿਆ। ਕਰਾਚੀ ਫਿਰ ਅੱਗੋਂ, ਯਾਨੀ ਕਿ ਤੁਹਾਨੂੰ 에ਅਰਪੋਰਟ ਕਿਹੜਾ ਲੱਗਦਾ? ਲਾਹੌਰ ਦਾ, ਗੁਜਰਾਂ ਵਾਲੇ ਦਿਨ ਲਾਹੌਰ ਦਾ ਹੀ ਲੱਗਣਾ। ਓਏ ਹੋਏ ਬੜੀ ਦੂਰ ਸੁੱਟਿਆ ਕਰਾਚੀ। ਯਾਨੀ ਕਿ ਉਹ ਹੀ ਸੂਟ ਜਿਹੜਾ ਪਾਇਆ ਸੀ ਕਿ ਆਪਣੇ ਕੱਪੜੇ ਵੀ ਨਾਲ ਲਗੇ ਸੀ? ਨਹੀਂ ਕੱਪੜੇ ਮੰਗਵਾ ਲਏ ਹਨ। ਉਹ ਜੇਲ੍ਹ 'ਚ ਜਮਾ ਕਰ ਲੈਂਦੇ? ਨਹੀਂ ਜਮਾ ਕਰ ਲੈਂਦੇ ਆ? ਨਹੀਂ, ਕੋਲ ਹੀ ਰਹਿੰਦੇ ਸੀ ਆਪਣੇ ਉੱਥੇ ਬਾਰਕ ਦੇ ਵਿੱਚ ਹੀ? ਬਾਰਕ ਦੇ ਕੋਲ ਹੀ। ਉਹ ਪਹਿਲਾਂ ਕੋਲ ਹੀ ਹੁੰਦੇ ਹਨ, ਹੁਣ ਦਾ ਕੋਈ ਨਿਜ਼ਾਮ। ਉਦੋਂ ਤੇ ਮੋਬਾਈਲ ਵੀ ਕੋਲ ਸਨ, ਵੀਡੀਓ ਕਾਲ ਘਰ ਕਰੀਦੀ ਸੀ। ਹਾਂ ਨੈਟ ਪੈਕੇਜ ਬਾਹਰ ਦੋਸਤ ਲਵਾ ਦਿੰਦੇ ਸੀ ਆਪਣੇ, ਦੋਸਤ ਲਵਾ ਦਿੰਦੇ, ਵੀਡੀਓ ਕਾਲ ਕਰੀਦੀ ਸੀ ਘਰ। ਵੈਰੀ ਗੁੱਡ। ਵੀਡੀਓ ਕਾਲ ਤੇ ਡੇਲੀ ਗੱਲ ਹੁੰਦੀ ਸੀ। ਅੱਛਾ ਜੀ ਫਿਰ ਕਰਾਚੀ ਉਤਰੇ? ਕਰਾਚੀ ਉਤਰ ਕੇ ਫਿਰ ਜੀ? ਕਰਾਚੀ ਸੀ ਮੇਰੀ। ਅੱਛਾ ਜੀ। ਉੱਥੇ ਮੇਰੀ ਕਰਾਚੀ ਹੁੰਦੀ ਹੈ। ਅੱਛਾ ਤੇ ਉੱਥੇ ਘਰਦਿਆਂ ਨੇ ਉਹਨੂੰ ਫੁੱਫੋ ਮੇਰੀ ਨੂੰ ਕਾਲ ਕਰ ਦਿੱਤੀ ਕਿ ਤੈਯਬ ਆ ਰਿਹਾ ਕਰਾਚੀ 에ਅਰਪੋਰਟ ਤੇ ਉਹਨੂੰ ਆ ਕੇ ਰਿਸੀਵ ਕਰ ਲਵੋ। ਅੱਛਾ ਜੀ। ਉਹ ਲੈਣ ਆਏ ਤੇ ਉਹਨਾਂ ਪਛਾਣਿਆ ਨਹੀਂ ਮੈਨੂੰ। ਮੇਰੇ ਏਡੇ ਵੱਡੇ ਵਾਲ, ਯਾਨੀ ਕਿ ਪੂਰੇ ਮੌਲਵੀ ਸਾਹਿਬ ਬਣੇ ਹੋਏ ਸੀ। ਦਹਿਸ਼ਤਗਰਦ ਲੱਗਨੇ ਹਾਂ ਕਿ ਮੌਲਵੀ ਸਾਹਿਬ ਕੀ। ਅੱਛਾ ਜੀ। ਉੱਥੋਂ ਫਿਰ ਹਰ ਬੰਦਾ ਸਾਨੂੰ ਵੇਖੇ, ਥੱਲੇ ਟੁੱਟੀਆਂ ਹੋਈਆਂ ਚੱਪਲਾਂ, ਠੀਕ ਪੁਰਾਣਾ ਹੀ ਸੂਟ ਸੀ, ਯਾਨੀ ਕਿ ਨਾ ਇਸਤਰੀ ਹੋਇਆ ਨਾ ਗੱਲ ਨਾ ਬਾਤ, ਵੱਟੋ ਵੱਟ ਸੂਟ ਇਦਾਂ ਹੀ। ਤੇ ਹਰ ਬੰਦਾ ਸਾਨੂੰ ਹੀ ਵੇਖੇ। ਲੇਕਿਨ ਉੱਥੇ ਮੇਰੇ ਕੋਲ ਪਾਸਪੋਰਟ ਸੀ, ਜਿਨ੍ਹਾਂ ਦੇ ਕੋਲ ਆਊਟ ਪਾਸ ਸਨ, ਉਹਨਾਂ ਨੂੰ ਸਾਰਿਆਂ ਨੂੰ ਡੱਕ ਲਿਆ ਸੀ ਉਹਨਾਂ। ਪਾਸਪੋਰਟ ਵਾਲੇ ਬੰਦੇ ਨੂੰ ਛੋੜ ਦਿੱਤਾ ਕਿ ਜਾ ਵੀ? ਉਹਨਾਂ ਨੂੰ ਇਹ ਕਿ ਇਹ ਕਿਹੜਾ ਕੋਈ ਆਊਟ ਪਾਸ ਤੇ ਆਇਆ। ਆਊਟ ਪਾਸ ਜਿਹੜਾ ਕੋਲ ਪੇਪਰ ਹੋਏ ਨਾ ਆਊਟ ਪਾਸ ਦਾ, ਉਹਦੇ ਵਾਸਤੇ ਮੁਸ਼ਕਲ ਹੁੰਦੀ ਹੈ। ਮੇਰੇ ਕੋਲ ਪਾਸਪੋਰਟ ਨਹੀਂ, ਇਸ ਤਰ੍ਹਾਂ ਵੀ ਹੁੰਦਾ ਨਾ, ਜਿਹੜੇ ਜੇਲ੍ਹ ਦੇ ਵਿੱਚੋਂ ਆਉਂਦੇ ਨਾ ਬੰਦੇ, ਉਹਨਾਂ ਦੇ ਬਕਾਇਦਾ ਇੱਕ ਲਿਸਟ ਅੱਗੇ ਦਿੱਤੀ ਜਾਂਦੀ ਜਿਹੜੇ 에ਅਰਪੋਰਟ ਤੇ ਉਹਨਾਂ ਨੇ ਉਤਰਨਾ, ਕਿ ਇਹ ਬੰਦੇ ਡਿਪੋਸਟ ਕਰਨੇ ਆ, ਅਸੀਂ ਡਿਪੋਸਟ ਕੀਤੇ ਤੇ ਇਹਨਾਂ ਦਾ ਕੋਈ ਸਾਊਦੀ ਅਰਬ ਐਮਬੈਸੀ ਦੇ ਵਿੱਚ ਹੀ ਆ ਸਾਰਾ ਪ੍ਰੋਸੈਸ ਹੋ ਜਾਂਦਾ ਵੇ। ਹਾਂ ਤੇ ਅੱਗੇ ਤੇ ਨਹੀਂ, 에ਅਰਪੋਰਟ ਤੇ ਨਹੀਂ ਆਂਦੀ ਹੈਗੀ। 에ਅਰਪੋਰਟ ਤੇ ਬਸ ਹੁਲੀਆ ਵੇਖ ਕੇ ਅੰਦਾਜ਼ਾ ਲਾ ਲੈਂਦੇ ਨੇ ਆ ਡਿਪੋਰਟ ਹੋਇਆ, ਆਪ ਹੀ ਪਤਾ ਲੱਗ ਜਾਂਦਾ। ਸਹੀ। ਅੱਛਾ ਉੱਥੇ ਫਿਰ ਫੁੱਫੀ ਲੈਣ ਆਏ, ਉਹ ਪਛਾਣਨਾ ਨਹੀਂ ਨਾ, ਫਿਰ ਉਹਨਾਂ ਨੂੰ ਦੱਸਿਆ ਕਿ ਮੈਂ ਹੀ ਆ ਗਿਆ ਵਾਂ। ਸਾਡਾ ਮੁੰਡਾ ਤੇ ਚਿੱਟਾ ਜਿਹਾ ਸੋਹਣਾ ਜਿਹਾ ਸੀ, ਤੇ ਇਹ ਕੀ ਬਣਿਆ ਹੋਇਆ? ਫਿਰ ਉਹਨਾਂ ਨੇ 8 ਦਿਨ ਫਿਰ ਉਹਨਾਂ ਰੱਖਿਆ ਕੋਲ ਆਪਣੇ। ਅੱਛਾ ਜੀ। ਫਿਰ ਗੁਜਰਾਂ ਵਾਲੇ ਗਏ ਆਪਣੇ ਘਰ। ਸੁਣ ਲਓ, ਇਹ ਕਹਾਣੀ ਹੈ ਪਰਦੇਸੀ ਬੰਦੇ ਦੀ, ਜਿਹੜਾ ਬਾਹਰ ਜਾਂਦਾ ਤੇ ਕੀ ਹਾਲਾਤ ਉਹਦੇ ਵਾਸਤੇ ਸਾਹਮਣੇ ਆਉਂਦੇ, ਉਹਦੇ ਨਾਲ ਸਾਹਮਣਾ ਕਰਨਾ ਪੈਂਦਾ। ਸਾਊਦੀ ਅਰਬ ਦੇ ਵਿੱਚ ਤੇ ਤਕਰੀਬਨ 99% ਜਿਹੜੇ ਨਾ ਕਾਮਿਆਂ ਦੀ ਵਜ੍ਹਾ ਤੋਂ ਜ਼ਲੀਲ ਹੋ ਰਹੇ ਨੇ। ਕਾਮਿਆਂ ਦੀ, ਬਿਲਕੁਲ ਇਸ ਤਰ੍ਹਾਂ ਹੀ ਅੱਜ ਵੀ ਸ਼ੁਰੂ ਦਿਨ ਤੋਂ ਲੈ ਕੇ ਅੱਜ ਤੱਕ ਇਹੋ ਹਿਸਾਬ ਹੈ। ਕਫੀਲ ਹੀ ਨਹੀਂ ਕੋਈ ਚੰਗਾ ਲੱਭਦਾ, ਕਿਸੇ ਨੂੰ ਕਫੀਲ ਹੀ ਨਹੀਂ ਕੋਈ ਚੰਗਾ ਲੱਭਦਾ, ਇਸ ਤਰ੍ਹਾਂ ਹੀ। ਅੱਛਾ ਜੀ, 에ਅਰਪੋਰਟ ਚਲੇ ਗਏ, ਘਰ ਚਲੇ ਗਏ, ਕਹਾਣੀ ਖਤਮ ਹੋ ਗਈ। ਤੇ ਬਾਕੀ ਇਹ ਪਰਦੇਸੀਆਂ ਦੀ ਸਟੋਰੀ ਹੈ ਕਿ ਵਕਤ ਇੱਕੋ ਜਿਹਾ ਨਹੀਂ ਹਰ ਬੰਦੇ ਤੇ ਰਹਿੰਦਾ। ਬਿਲਕੁਲ। ਉਹ ਦੌਰ ਸੀ ਜਦੋਂ ਸਊਦੀਆ 'ਚ ਗਏ ਸੀ ਤੇ ਜ਼ਲੀਲ ਹੋਏ ਸੀ, ਨਹੀਂ ਕੁਝ ਚੱਜ ਦੀ ਨੌਕਰੀ ਜਾਂ ਚੱਜ ਦੀ ਕੰਪਨੀ ਲੱਭੀ ਸਾਨੂੰ, ਉਹਦੇ ਵਿੱਚ 3 ਮਹੀਨੇ ਕੰਮ ਕੀਤਾ ਤੇ ਤਨਖਾਹ ਨਹੀਂ ਦਿੱਤੀ, ਬਾਹਰ ਅੱਗੇ ਪਿੱਛੇ ਫਿਰਦੇ ਫਰਾਨਿਆਂ ਵਾਪਸ ਆਣੇ ਤੋਂ ਮਜਬੂਰ ਹੋ ਗਏ ਵਾਪਸ ਆਣੇ ਵਾਸਤੇ, ਕਿਉਂਕਿ ਕੋਈ ਜਗ੍ਹਾ ਸਾਨੂੰ ਕੋਈ ਕੰਮ ਦੀ ਲੱਭ ਨਹੀਂ ਰਹੀ ਸੀ। ਇਸ ਤਰ੍ਹਾਂ ਹੀ ਹੈ। ਮੁੜ ਕੇ ਪਾਕਿਸਤਾਨ ਆਏ ਜੀ। ਦੇਖੋ, ਬੰਦਾ ਜਾਂਦਾ ਆਪਣੇ ਫਾਇਦੇ ਸੋਚ ਕੇ ਹੈ, ਮਗਰ ਅੱਗੇ ਚੰਗਾ ਕਫੀਲ ਤੁਹਾਨੂੰ ਨਾ ਮਿਲੇ ਜਾਂ ਚੰਗੀ ਕੰਪਨੀ ਨਾ ਮਿਲੇ ਤੇ ਉਹ ਤੁਹਾਨੂੰ ਫਿਰ ਸਮਝੋ ਡੁਬੋ ਦਿੰਦੀ ਹੈ। ਇੰਨਾ ਖਰਚਾ ਕਰਕੇ ਵੀ ਬੰਦਾ ਜਾਂਦਾ, ਮਗਰ ਉਹ ਕਿਸੇ ਕੰਮ 'ਚ ਨਹੀਂ ਆਉਂਦਾ। ਪੈਸੇ ਵੀ ਜਿਹੜੇ ਕੋਲ ਹੁੰਦੇ ਜਮ੍ਹਾਂ ਪੂੰਜੀ ਕਰਕੇ ਬੰਦਾ ਪ੍ਰਦੇਸ਼ ਵਾਸਤੇ ਦਿੰਦਾ, ਉਹ ਵੀ ਹੱਥੋਂ ਜਾਂਦੇ। ਚਲੋ ਬਿਹਤਰ ਫੈਸਲਾ ਕੀਤਾ ਸੀ ਇਹਨੇ ਕਿ ਵਾਪਸ ਚਲੀਏ, ਇੱਥੇ ਟਾਈਮ ਜ਼ਾਇਆ ਕਰਨ ਤੋਂ ਕਿਸੇ ਹੋਰ ਪਾਸੇ ਟਰਾਈ ਕਰ ਲਾਂਗੇ, ਅੱਲਾਹ ਤਾਲਾ ਕਿਤੇ ਹੋਰ ਰੋਜ਼ੀ ਲਾ ਦੇਗਾ। ਬਾਕੀ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਸਾਨੂੰ ਕੀਮਤੀ ਟਾਈਮ ਦਿੱਤਾ, ਆਪਣੀ
ਜਗ ਬਿਗਤੀ ਕਹਾਣੀ ਸੁਣਾਈ ਆਪਣੀ ਸਾਨੂੰ। ਤੇ ਅੱਲਾਹ ਤਾਲਾ ਤੁਹਾਨੂੰ ਅੱਗੇ ਅੱਲਾਹ ਤਾਲਾ ਇੰਨਾ ਕੁ ਦਵੇ ਤੁਹਾਨੂੰ ਕਿ ਤੁਹਾਡੀਆਂ ਉਮੀਦਾਂ ਜਿਹੜੀਆਂ ਅੱਲਾਹ ਤਾਲਾ ਪੂਰੀਆਂ ਕਰੇ। ਆਮੀਨ। ਤੇ ਇਨਸ਼ਾਅੱਲਾ ਜੀ ਦੁਆਵਾਂ 'ਚ ਯਾਦ ਰੱਖਿਓ। ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਉਸ ਤੋਂ ਬਾਅਦ ਬੈਲ ਆਈਕਨ ਹੈ ਉਹਨੂੰ ਦਬਾਉਣਾ ਨਾ ਭੁੱਲਿਓ। ਜਿਹਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਆਵੇਗਾ ਤੁਸੀਂ ਮੇਰੀ ਵੀਡੀਓ ਨੂੰ ਵਾਚ ਕਰੋਗੇ। ਪਾਕਿਸਤਾਨ ਜ਼ਿੰਦਾਬਾਦ। ਥੈਂਕ ਯੂ ਜੀ। ਅੱਲਾਹ ਹਾਫਿਜ਼।